ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਨਿੱਘਾ ਸਵਾਗਤ। ਮੈਂ ਨਵਜੀਤ ਹਾਜ਼ਰ ਹਾਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਲੈ ਕੇ। ਹਰ ਰੋਜ਼ ਦੀ ਤਰ੍ਹਾਂ ਖਬਰਾਂ ਤੇ ਚਰਚਾ ਕਰਨ ਲਈ ਮੇਰੇ ਨਾਲ ਨੇ ਉੱਗੇ ਪੱਤਰਕਾਰ ਤੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ। ਪੰਨੂ ਸਾਹਿਬ ਸਵਾਗਤ ਜੀ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਨਵਜੀਤ ਜੀ, ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਲੁਧਿਆਣੇ ਦੀ ਬਹੁਤ ਚਰਚਾ ਚੱਲੀ ਹੈ, ਬੰਬ ਕਾਂਡ ਹੋਇਆ ਸੀਗਾ। ਹੁਣ ਪਤਾ ਚੱਲਿਆ ਕਿ ਉਸ ਮਾਮਲੇ ਵਿੱਚ ਇੱਕ ਪੁਲਿਸ ਮੁਲਾਜ਼ਮ ਸਾਬਕਾ ਸੀਗਾ, ਉਹ ਬਰਖਾਸਤ ਕਰ ਦਿੱਤਾ ਗਿਆ ਸੀ। ਉਹਨੇ ਧਮਾਕੇ ਨੂੰ ਅੰਜਾਮ ਦਿੱਤਾ ਹੈ। ਡੀਜੀਪੀ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਨਸ਼ਿਆਂ ਦੇ ਤਸਕਰ ਨਾਲ ਸੰਬੰਧ ਜੁੜਦੇ ਹੈ, ਕਿਵੇਂ ਦੇਖਦੇ ਆ? ਦੇਖੋ, ਗਗਨਦੀਪ ਨਾਂ ਦਾ ਜਿਹੜਾ ਪੁਲਿਸ ਮੁਲਾਜ਼ਮ, ਸਾਬਕਾ ਪੁਲਿਸ ਮੁਲਾਜ਼ਮ ਜੀ, ਉਸ ਬੰਬ ਧਮਾਕੇ 'ਚ ਮਾਰਿਆ ਗਿਆ, ਉਹ ਪਹਿਲਾਂ ਇੱਕ ਥਾਣੇ ਦੇ ਵਿੱਚ ਮੁਨਸ਼ੀ ਸੀ। ਮੌਕੇ 'ਤੇ ਫੜਿਆ ਗਿਆ, ਜ਼ਿਲ੍ਹੇ ਦੇ ਪੁਲਿਸ ਦੇ ਮੁਖੀ ਨੇ ਜਾ ਕੇ ਫੜਿਆ ਜੀ। ਉਹਦੇ ਕੋਲ ਨਸ਼ੀਲੇ ਪਦਾਰਥ ਮਿਲੇ, ਥਾਣੇ 'ਚ ਬਹਿ ਕੇ ਧੰਦਾ ਚਲਾ ਰਿਹਾ ਸੀ। ਫੜੇ ਜਾਣ ਤੋਂ ਬਾਅਦ ਉਹਨੂੰ ਜੇਲ੍ਹ ਭੇਜ ਦਿੱਤਾ ਗਿਆ। ਜੇਲ੍ਹ ਭੇਜ ਕੇ ਇਹ ਵਿਹਲੇ ਹੋ ਗਏ ਵੀ ਹੁਣ ਚਿੰਤਾ ਕਰਨ ਦੀ ਲੋੜ ਨਹੀਂ। ਉਹ ਛੁੱਟ ਕੇ ਆਇਆ, ਕਿਹਦੇ ਨਾਲ ਗਿਆ, ਕੀ ਕੁਝ ਕੀਤਾ, ਇਹ ਸਾਰਾ ਕੁਝ ਕਿਸੇ ਨੇ ਨਹੀਂ ਵੇਖਿਆ। ਅਚਾਨਕ ਲੁਧਿਆਣੇ ਦੇ ਜਿਹੜਾ ਕਚਹਿਰੀਆਂ ਦਾ ਕੰਪਲੈਕਸ ਹੈ, ਉਹਦੇ ਵਿੱਚ ਧਮਾਕਾ ਹੋ ਗਿਆ ਜੀ। ਔਰ ਧਮਾਕਾ ਵੀ ਐਡਾ ਵੱਡਾ ਕਿ ਜੇ ਵਾਸ਼ਰੂਮ 'ਚ ਨਾ ਹੋਇਆ ਹੁੰਦਾ, ਵਾਸ਼ਰੂਮ ਦੇ ਬਜਾਏ ਬਾਹਰ ਹੁੰਦਾ, ਤੇ ਪਤਾ ਨਹੀਂ ਕਿੰਨੇ ਕੁ ਲੋਕ ਮਰਨੇ ਸਨ। ਉਹਦੇ ਤੋਂ ਬਚਾਅ ਹੋ ਗਿਆ। ਹੁਣ ਉਹਦੀ ਫੜੋ ਫੜਾਈ ਹੁੰਦੀ ਪਈ ਆ। ਉਹਦੇ ਨਾਲ ਦੇ 2-3 ਜਣੇ ਫੜੇ ਗਏ। ਇੱਕ ਪੁਲਿਸ ਕਾਂਸਟੇਬਲ ਕੁੜੀ ਫੜੀ ਗਈ ਆ, ਜਿਹੜੀ ਕਿਸੇ ਵੱਡੇ ਸਾਹਿਬ ਦੇ ਨਾਲ ਨੈਬ ਰੀਡਰ ਸੀ। ਉਹਨਾਂ 'ਚੋਂ 2 ਜਣਿਆਂ ਨੂੰ ਫੜ ਕੇ ਪੁਲਿਸ ਨੇ ਅਦਾਲਤ ਪੇਸ਼ ਕੀਤਾ ਤੇ ਰਿਮਾਂਡ ਵੀ ਲੈ ਲਿਆ। ਡੀਜੀਪੀ ਸਾਹਿਬ ਨੇ ਇਸ ਕੇਸ ਦੀ ਸਾਰੀ ਕਹਾਣੀ ਅੱਜ ਮੀਡੀਆ ਦੇ ਸਾਹਮਣੇ ਰੱਖ ਦਿੱਤੀ ਹੈ ਜੀ, ਪਰ ਉਹ ਸਾਰੀ ਉਹਨਾਂ ਦੇ ਵਾਸਤੇ ਸਾਰੀ ਹੈ, ਲੋਕਾਂ ਵਾਸਤੇ ਅਧੂਰੀ ਹੈ। ਅਧੂਰੀ ਇਸ ਕਰਕੇ ਹੈ ਕਿ ਜਦੋਂ ਉਹ ਬੰਦਾ ਥਾਣੇ ਦੇ ਵਿੱਚ ਮੁਨਸ਼ੀ ਦੇ ਤੌਰ 'ਤੇ ਸਾਰਾ ਕੁਝ ਵੇਚਦਾ ਫੜਿਆ ਗਿਆ ਸੀ, ਕਿ ਉਦੋਂ ਇਸ ਗੱਲ ਦੀ ਪੜਤਾਲ ਕੀਤੀ ਕਿ ਇਹਦੇ ਕੋਲੋਂ ਜਿਹੜਾ ਮਾਲ ਆਉਂਦਾ ਸੀ ਕਿੱਥੋਂ ਆਉਂਦਾ ਸੀ ਜੀ। ਥਾਣੇ ਦੇ ਉੱਤੇ ਸੁਪਰਵਾਈਜ਼ਰੀ ਅਫਸਰ ਹੁੰਦੇ ਨੇ, ਪਹਿਲਾਂ ਤਾਂ SHO ਹੀ ਹੁੰਦਾ, ਫਿਰ DSP ਹੁੰਦਾ। ਕਿ ਸਾਰਾ ਥਾਣਾ ਉਹਦੇ ਨਾਲ ਰਲਿਆ ਸੀ? ਇੰਨਾ ਕੁਛ ਜੋ ਥਾਣੇ 'ਚੋਂ ਚਲਾਉਂਦਾ ਸੀ। ਮੁਆਫ ਕਰਨਾ, ਥਾਣੇ ਦੇ ਵਿੱਚ ਕੋਈ ਸ਼ੱਕੀ ਬੰਦਾ ਲਿਆਂਦਾ ਹੋਵੇ, ਉਹ ਦਿਲ ਦੇ ਦੌਰੇ ਨਾਲ ਵੀ ਮਰ ਜਾਵੇ ਜਾਂ ਕੋਈ ਗੋਲੀ ਖਾ ਕੇ ਖੁਦਕੁਸ਼ੀ ਕਰ ਲਵੇ, ਸਭ ਤੋਂ ਪਹਿਲਾ ਪਰਚਾ ਮੁਨਸ਼ੀ ਤੇ ਥਾਣੇ ਦੇ ਮੁਖੀ ਤੇ ਹੁੰਦਾ ਕਿ ਤੁਸੀਂ ਕੀ ਕਰਦੇ ਸੀ ਜੀ। ਇੱਥੇ ਏਡੀ ਵੱਡੀ ਘਟਨਾ ਵਾਪਰੀ ਕਿ SHO ਤੋਂ ਪੁੱਛਗਿੱਛ ਕੀਤੀ ਗਈ। ਚਰਚੇ ਬਹੁਤ ਨੇ ਕਿ ਪੁੱਛਗਿੱਛ ਹੋਈ ਸੀ, ਪੁੱਛਗਿੱਛ ਦੇ ਵਿੱਚ ਸਿਆਸੀ ਬੰਦਿਆਂ ਦੇ ਨਾਂ ਆਉਂਦੇ ਸੀ। ਉਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਤੇ ਸਰਕਾਰ ਦੇ ਵਿੱਚ ਵੱਡੇ ਵੱਡੇ ਅਫਸਰਾਂ ਨੂੰ ਸਿੱਧੇ ਫੋਨ ਕਿਸੇ ਉਸ ਥਾਂ ਤੋਂ ਆਉਂਦੇ ਸਨ ਜਿਹਨੂੰ ਅਸੀਂ ਐਕਸਟਰਾ ਕੌਂਸਟੀਟਿਊਸ਼ਨਲ ਅਥਾਰਟੀ ਯਾਨੀ ਗੈਰ ਸੰਵਿਧਾਨਕ ਸੱਤਾ ਕੇਂਦਰ ਕਹਿੰਦੇ ਆ ਜੀ। ਉੱਥੋਂ ਆਉਂਦੇ ਸੀ। ਉਹਨਾਂ ਨੇ ਕਹਿ ਕੇ ਮਾਮਲਾ ਠੱਪ ਕਰ ਦਿੱਤਾ ਕਿ ਪੜਤਾਲ ਕੋਈ ਨਹੀਂ ਕਰਨੀ। ਇਹ ਨਸ਼ਾ ਲੈਂਦਾ ਕਿੱਥੋਂ ਸੀ? ਕਾਫੀ ਵੱਡੀ ਮਾਤਰਾ ਜਿਹਦੇ ਕੋਲ ਫੜਿਆ ਗਿਆ। ਇੰਨਾ ਮਾਲ ਕਿੱਥੋਂ ਆਉਂਦਾ ਸੀ? ਉਹਦੀ ਕਿਸੇ ਪੜਤਾਲ ਨਹੀਂ ਕੀਤੀ। ਜੇ ਕੀਤੀ ਹੁੰਦੀ ਤਾਂ ਆਹ ਕੁਛ ਨਾ ਹੁੰਦਾ। ਦੂਜੀ ਗੱਲ, ਮੇਰੀ ਜਾਣਕਾਰੀ ਇਹ ਕਹਿੰਦੀ ਹੈ ਕਿ ਜੇਲ੍ਹ ਤੋਂ ਕੁਛ ਬੰਦਿਆਂ ਨੂੰ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ 'ਤੇ ਜਾਂ ਕਿਸੇ ਤਰੀਕੇ ਲਿਆਂਦਾ ਗਿਆ ਬਾਹਰ, ਲੈ ਆਓ। ਪਰ ਕੀ ਇਹ ਕਿਸੇ ਨੂੰ ਪਤਾ ਕਿ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚੋਂ ਪੰਜਾਬ ਦੀ ਸਰਕਾਰ ਦੇ ਪੈਰਲਲ ਬਿਲਕੁਲ ਬਰਾਬਰ ਇੱਕ ਸਰਕਾਰ ਚੱਲ ਰਹੀ ਹੈ? ਇਸ ਵੇਲੇ ਕਿਹੜੀ ਜੇਲ੍ਹ ਹੈ ਜਿਹਦੇ ਵਿੱਚ ਨਸ਼ੇ ਨਹੀਂ ਵਿਕਦੇ, ਬਾਜ਼ਾਰ ਨਾਲ ਡਬਲ ਰੇਟ 'ਤੇ ਵਿਕ ਰਿਹਾ? ਉਹ ਖਰੀਦਣ ਵਾਸਤੇ ਕੈਦੀਆਂ ਕੋਲ ਪੈਸਾ ਕਿੱਥੋਂ ਆਉਂਦਾ ਜੀ? ਉਹ ਵੀ ਜੇਲ੍ਹਾਂ ਦੇ ਸਟਾਫ ਦੇ ਰਾਹੀਂ ਆਉਂਦਾ। ਜੇਲ੍ਹਾਂ ਦੇ ਇੱਕ ਵੱਡੇ ਅਫਸਰ ਨੂੰ ਪਿਛਲੇ ਸਾਲ ਬਹੁਤ ਵੱਡੇ ਅਵਾਰਡ ਦੀ ਗੱਲ ਵੀ ਚੱਲੀ,
पर वो गल लका ली गई कि राजस्थान दे विच एक अदालत विच एक अतवादी नूं सज़ा दित्ती गई ते उन्हें सज़ा मिलण मौके पंजाब दीआं जेलां दे इस हीरो बने फिरदे अफसर बारे की कुछ उत्थे कहा सी। वो रिकार्ड सारा दब लिया गया क्योंकि कैप्टन अमरिंदर सिंह दी सरकार भी ते पिछली प्रकाश सिंह बादल दी सरकार भी दोवें सरकारां 'च इहो जे बंदियां दे लम्मे हत्थ बड़ी उपर तक पहुँचते सन ते वो अपना बंदा बचा लेंदे सन जी। अज दी तरीक विच बाहरों लोकां नूं अगवा कराउण फरौतियां लैण हर किस्म दा धंधा जेलां 'च हुंदा। जेलां विच मोबाइल फड़े जांदे आ पर ਜਿਹੜੇ मोबाइल फड़े जांदे ਇਹ तो दस्सिया जांदा इन्ने मोबाइल फड़े गए। कदे इस गल की पड़ताल की गई कि बंदा जेल विच बैठा सी ਉਹਦੇ ਨਾਂ ਤੇ सिम किद्दां जारी हो गया ਤੇ जे ਉਹਦੇ ਨਾਂ ਤੇ सिम नहीं सी ਜਿਹਦੇ ਨਾਂ ਤੇ सिम जारी किया गया सी उस बंदे नूं जा के फड़िया गया कि तेरे ਨਾਂ ਦੇ ਉੱਤੇ सिम जारी होया तू अपने ਨਾਂ ਤੇ सिम लैके ते अंदर किद्दां भेजिया ਤੇ जो बंदा आखे कि मैं ये भेजिया ही नहीं ਤੇ जिन्हें सिम वेचिया सी ਉਹਨੂੰ जा के फड़िया गया कि बंदा तो तेरे कोल आया नहीं तो तू ਉਹਦੇ ਨਾਂ ਤੇ सिम वेच के जेल विच किद्दां भेजिया जी। सारी दी सारी गल इत्थे ठप्प दित्ती जांदी। अज जेल दे विचों इन्ने मोबाइल फड़े गए, इन्ने फड़े गए, उत्थे आए कित्थों ਉਹਦੀ पड़ताल कदे कीती जांदी है? किसी एक भी केस विच पड़ताल अगे नहीं तुरी गई। पंजाब दा साइबर क्राइम सैल जिथे कोई बहुत वड्डी हस्ती शामिल होवे ਉਹਦੀ माड़ी मोटी लोड़ जोगी पड़ताल कर दिंदा ते सिट्टे कढ़ दिंदा। बाकी मामलिਆਂ 'ਚ ਉਹ समझते हैं कि असी कुछ किया भी तो किसी ना किसी ने किसी की जाके बांह फड़ ली, उन्हें जाके बंदा छुड़ाने वास्ते जोर लाना, फायदा की कुछ करन दा? कुछ नहीं हो रहा। यही कारण आ धमाके DGP साहब तो कहते चोणां 'ਚ अमन कायम रख लवांगे। उन्हां दे कहण दी वक्री गल है, साडियां शुभ कामनावां कि तुसीं रख लिओ अमन कानून, पर जे इहो हालात रहे तो दिन अगले पासे सुखावे नहीं जापदे। साहब माड़ी चर्चा जरूर करनी है हाई प्रोफाइल जेलों की, क्योंकि जेल मंत्री तो फिर कह देंगे आ कि हाई प्रोफाइल जेलां आ उत्थे तो परिंदा भी पर नहीं मार सकता। वो फिल्मी कहानी वाली गल होगी। फिर तो जेलों 'ਚ जैमर लाए गए होण ते फिर मोबाइल इस तरह किद्दां चल सकते? इत्थे कईयां VVIPs दे नाल सिक्योरिटी दे नाल जैमर लाए गए ने। वो किसी दे घर VVIP आउण ते सारी गली आसे पासे तक दे सब लोगों के घरां 'ਚ रिमोट भी काम करने बंद कर दिंदे आ। तुसीं जेलां ते जैमर ला दिओ। ਇਹ ਕਹਿਣ ਨੂੰ ਗੱਲਾਂ ਬਹੁਤ ਹੁੰਦੀਆਂ, ਅਮਲ ਦੇ ਵਿੱਚ ਉਹਨਾਂ ਕੁਛ ਹੁੰਦਾ ਨਹੀਂ ਜੋ ਹੋਣਾ ਚਾਹੀਦਾ, ਤੇ ਗੱਲਾਂ ਨਾਲ ਤਾਂ ਕੁਛ ਨਹੀਂ ਬਣਨਾ ਜੀ। ਅਮਰਿੰਦਰ ਸਿੰਘ ਰਾਜਾ ਵੜਿੰਗ ਕੱਲ ਦਿੱਲੀ ਧਰਨਾ ਲਗਾ ਕੇ ਬੈਠੇ ਸੀ। ਅੱਜ ਅੰਮ੍ਰਿਤਸਰ ਵਿੱਚ ਅਰਵਿੰਦ ਕੇਜਰੀਵਾਲ ਨਾਲ ਸਵਾਲ ਜਵਾਬ ਕੀਤੇ ਆ ਬਾਦਲਾਂ ਦੀਆਂ ਬੱਸਾਂ ਨੂੰ ਲੈ ਕੇ। ਗੱਲ ਲੱਗਦਾ ਕਿ ਪੰਜਾਬ ਵਾਲੀਆਂ ਬੱਸਾਂ ਫਿਰ 에ਅਰਪੋਰਟ ਨੂੰ ਜਾਣਗੀਆਂ ਜਾਂ ਅਜੇ ਤੱਕ ਗੱਲਾਂ ਬਾਤਾਂ ਹੀ ਹੋਈ ਜਾ ਰਹੀਆਂ ਨੇ? ਜਿਸ ਤਰ੍ਹਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮਸਲਾ ਚੁੱਕਿਆ, आम आदमी पार्टी वाले कहते हैं जी पंजाब सरकार ने बसां का टैक्स नहीं भरिया, इस करके असी जान नहीं देंगे। टैक्स भरिया कि नहीं भरिया ये जां तो टैक्स महकमा जाने, जां अमरिंदर सिंह राजा वड़िंग जाने, जां फिर दिल्ली का मुख्यमंत्री अरविंद केजरीवाल ते उहदा डिप्टी मुख्यमंत्री मनीष सिसोदिया जानते होणगे। सानू उहदा नहीं पता। मैनूं जिहड़ियां गल्लां दा पता, पहली ये कि 4.5 साल राज चलता रहा, उस राज के दौरान जिहदे कोल भी ट्रांसपोर्ट का महकमा रहा, उन्होंने इस मुद्दे नूं क्यों नहीं हुण तक चुक्या जी? कि मूँह खांदा सी ते अखां शर्माउंदियां सी, इस करके नहीं चुक्या? अफसर वो लाए गए सन जिहड़े अफसर सरकार की तनख्वाह वखरी लेंदे, उन्होंने सिर्फ सगन समझते सी, किसी होर दा दित्ता खांदे सी, और ये सारिਆਂ ਨੂੰ पता। हुण आके अमरिंदर सिंह राजा वड़िंग ने जो किया, इन्हें ठीक किया, इन्हें गलत किया, मैं इस संबंध च कुछ नहीं कहता जी। पर झटका बोली च कल एक बंदे ने मैनूं आख्या, कहंदा ਉਹ ਮੁੰਡਾ ठीक होवे गलत होवे, एक तो तुसीं मन्नोगे ना, सप दी रुड च हत्थ पा के उहनूं फड़न पैंदा। ਜਿਹਦੇ भी मगर पिया अगले सिरे तक जांदा। अरविंद केजरीवाल के घर के अगे भी जाके धरना दिता,
ਤੇ ਇਹਨਾਂ ਸੋਚਿਆ ਕਿ ਉਹ ਦਿੱਲੀ ਫਿਰਦਾ, ਅਸੀਂ ਆਪਣਾ 2 ਦਿਨ ਦਾ ਦੌਰਾ ਕਰਨਾ, ਅੰਮ੍ਰਿਤਸਰ ਵੀ ਆ ਕੇ ਖਲੋ ਗਏ, ਮੀਡੀਆ ਦੇ ਸਾਹਮਣੇ ਖਲੋ ਕੇ ਗੱਲਾਂ ਕੀਤੀਆਂ। ਅਰਵਿੰਦ ਕੇਜਰੀਵਾਲ ਨੇ ਕੀ ਜਵਾਬ ਦਿੱਤੇ, ਇਹਨੇ ਕੀ ਸਵਾਲ ਕੀਤੇ, ਮੈਂ ਉਸ ਮੁੱਦੇ 'ਤੇ ਨਹੀਂ ਆਉਣਾ ਚਾਹੁੰਦਾ। ਕੇਜਰੀਵਾਲ ਬਹੁਤ ਸਾਰੇ ਮਾਮਲਿਆਂ 'ਚ ਵਧੀਆ ਕੰਮ ਕਰ ਰਿਹਾ, ਜੇ ਕਰ ਰਿਹਾ ਤਾਂ ਹੀ ਲੋਕਾਂ ਨੇ 3 ਵਾਰ ਚੁਣ ਲਿਆ ਜੀ। 2 ਵਾਰ ਤਾਂ ਲਗਾਤਾਰ ਚੁਣਿਆ ਤੇ ਬਹੁਤ ਵੱਡੀ ਮੈਜੋਰਟੀ ਆ। 1 ਵਾਰੀ ਥੋੜ੍ਹੀਆਂ ਸੀਟਾਂ ਸੀ, ਪਰ ਉਦੋਂ ਵੀ ਮੁੱਖ ਮੰਤਰੀ ਬਣਨ ਦਾ ਮੌਕਾ ਤਾਂ ਮਿਲ ਗਿਆ ਸੀ ਨਾ। ਉਹ ਕੁਛ ਕੰਮ ਕਰ ਰਿਹਾ। ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਕੰਮ ਕਰ ਰਿਹਾ, ਕੰਮ ਇਹਦਾ ਵੀ ਦਿਸਦਾ। ਜੇ ਦਿਸਦਾ ਸਿਆਸਤ ਵੱਖੋ ਵੱਖਰੀ ਹੋਵੇਗੀ, ਉਹ ਆਪਣੀ ਕਰੇ, ਉਹ ਆਪਣੀ ਕਰੇ। ਪੰਜਾਬ ਦੇ ਲੋਕ ਜਿਹੜੇ ਸਿੱਟੇ ਨਿਕਲਦੇ ਵੇਖਣਾ ਚਾਹੁੰਦੇ ਆ, ਉਹ ਨਿਕਲਣੇ ਚਾਹੀਦੇ ਆ। ਪਿਛਲੀ ਸਰਕਾਰ ਦਾ ਮੁੱਖ ਮੰਤਰੀ ਵੀ ਗਿਆ, ਪਿਛਲੀ ਸਰਕਾਰ ਦੇ ਟਰਾਂਸਪੋਰਟ ਮੰਤਰੀ ਵੀ ਗਏ। ਹੁਣ ਵਾਲਾ ਟਰਾਂਸਪੋਰਟ ਮੰਤਰੀ ਤਾਂ ਇਸ ਤਰ੍ਹਾਂ ਚੁੱਪ ਕਰਕੇ ਬੈਠਣ ਵਾਲਾ ਨਹੀਂ। ਕੇਜਰੀਵਾਲ ਸਾਹਿਬ, ਤੁਸੀਂ ਦਿੱਲੀ ਜਾਂਦੇ ਸਾਰੀ ਫਾਈਲਾਂ ਚੈੱਕ ਕਰਾਓ ਕਿ ਪੰਜਾਬ ਸਰਕਾਰ ਦੀਆਂ ਬੱਸਾਂ ਕਿਉਂ ਨਹੀਂ ਜਾਣ ਦਿੱਤੀਆਂ ਜਾਂਦੀਆਂ। ਜੀ, ਮੈਨੂੰ ਪਤਾ ਡੈਮੋਕ੍ਰੇਟਿਕ ਹੱਕ ਆ, ਬਾਦਲਾਂ ਦੀਆਂ ਬੱਸਾਂ ਕੋਲ ਪਰਮਿਟ ਆ, ਤੁਸੀਂ ਜਾਣ ਤੋਂ ਨਹੀਂ ਰੋਕ ਸਕਦੇ, ਜਾਣ ਦਿਓ। ਪਰ ਪੰਜਾਬ ਸਰਕਾਰ ਦੀਆਂ ਕਿਉਂ ਰੋਕੀਆਂ ਜਾਂਦੀਆਂ, ਉਹ ਕਿਹੜੇ ਅਫਸਰ ਰੋਕਦੇ ਆ? ਅਗਲੀ ਵਾਰੀ ਪੰਜਾਬ 'ਚ ਚੋਣ ਦੌਰੇ 'ਤੇ ਆਉਣ ਤੋਂ ਪਹਿਲਾਂ ਸਾਰਾ ਕੁਝ ਰਿਕਾਰਡ ਉੱਥੋਂ ਵੇਖ ਕੇ ਆਇਓ, ਨਹੀਂ ਤਾਂ ਰਾਜਾ ਵੜਿੰਗ ਫਿਰ ਕਰੂਗਾ। ਦੂਜੀ ਗੱਲ, ਮੈਂ ਰਾਜਾ ਵੜਿੰਗ ਨੂੰ ਆਖੂੰਗਾ ਕਿ ਭਾਈ ਤੂੰ ਵੀ ਆਪਣਾ ਮਹਿਕਮਾ ਜ਼ਰੂਰ ਚੈੱਕ ਕਰ, ਕਿਤੇ ਇਹ ਗੱਲ ਸੱਚੀ ਤਾਂ ਨਹੀਂ ਕਿ ਨਾ ਕਾਗਜ਼ਾਂ 'ਚ ਟੈਕਸ ਹੀ ਨਾ ਭਰਿਆ ਹੋਵੇ। ਜੇ ਇਹੋ ਜਿਹੀ ਕੋਈ ਗੱਲ ਹੋਵੇ, ਹੁਣ ਤਾਂ ਹੀ ਹੋਵੇ, ਤੇ ਉਹ ਦੂਰ ਕਰ, ਤਾਂ ਕਿ ਅਗਲਾ ਦੂਸਰੀ ਵਾਰੀ ਕਹਿ ਨਾ ਸਕੇ। ਲੋਕਾਂ ਨੂੰ ਸਿੱਟੇ ਚਾਹੀਦੇ ਆ, ਆਮੋ ਸਾਹਮਣੀਆਂ ਟੱਕਰਾਂ ਤੇ ਭੇਡ ਤੇ ਖੈਸਰਾਂ ਨਹੀਂ ਚਾਹੀਦੀਆਂ। ਜੀ, ਪਰ ਸਾਹਿਬ ਕਿਸਾਨਾਂ ਦੀ ਗੱਲ ਜ਼ਰੂਰ ਕਰਨੀ ਹੈ। ਕਿਸਾਨ ਜਥੇਬੰਦੀਆਂ ਕੁਛ ਕੁ ਕਹਿੰਦੀਆਂ ਸਿਆਸਤ ਵਿੱਚ ਆਉਣਾ, ਕੁਛ ਕਿਸਾਨ ਜਥੇਬੰਦੀਆਂ ਵਿਰੋਧ ਕਰ ਰਹੀਆਂ ਨੇ। ਅੱਜ ਇੱਕ ਮੀਟਿੰਗ ਵੀ ਹੋਈ ਹੈ ਕਿਸਾਨਾਂ ਦੀ, ਉਹਦੇ ਵਿੱਚੋਂ ਕੀ ਨਿਕਲਿਆ? ਕਹਿੰਦੇ ਇੱਕ ਨਵਾਂ ਮੋਰਚਾ ਵੀ ਬਣਦਾ ਦਿਖਾਈ ਦੇ ਰਿਹਾ। ਸਿਆਸੀ ਸਮੀਕਰਨ ਪਨੂ ਸਾਹਿਬ ਬਦਲ ਸਕਦੇ ਆਉਣ ਵਾਲੇ ਸਮੇਂ 'ਚ? ਦੇਖੋ, 2 ਤਰ੍ਹਾਂ ਅੱਜ ਪੂਰੀ ਤਰ੍ਹਾਂ ਹੋ ਗਈਆਂ ਜੀ। ਪਹਿਲਾਂ 9 ਜਥੇਬੰਦੀਆਂ ਨੇ, ਡਾਕਟਰ ਦਰਸ਼ਨਪਾਲ, ਜਗਜੀਤ ਸਿੰਘ ਡੱਲੇਵਾਲ, ਬਲਦੇਵ ਸਿੰਘ ਸਿਰਸਾ, ਕੁਛ ਹੋਰੇ ਰਲਾ ਕੇ, ਹਰਦੇਵ ਸਿੰਘ ਸੰਧੂ ਸ਼ਾਇਦ, ਪੱਕਾ ਨਹੀਂ ਸ਼ਾਇਦ ਉਹ ਵੀ ਹੈ, ਉਹਨਾਂ ਸਾਰਿਆਂ ਰਲਾ ਕੇ ਕਹਿ ਦਿੱਤਾ ਕਿ ਅਸੀਂ ਚੋਣਾਂ ਦੇ ਮੈਦਾਨ 'ਚ ਨਹੀਂ ਆਉਣਾ, ਇਹ ਸਾਡਾ ਕੰਮ ਹੀ ਨਹੀਂ। ਅਸੀਂ ਕਿਸਾਨਾਂ ਦੀ ਲੜਾਈ ਲੜੀ, ਸਿਰਫ ਕਿਸਾਨਾਂ ਦੇ ਲੀਡਰਾਂ ਅਤੇ ਕਿਸਾਨਾਂ ਦੇ ਹੀ ਰਹਿਣਾ, ਅਸੀਂ ਕਿਸੇ ਚੋਣ ਚੱਕਰ ਵਿੱਚ ਬਿਲਕੁਲ ਨਹੀਂ ਪੈਣਾ। ਜੀ। ਉਹਦੇ ਤੋਂ ਥੋੜ੍ਹੀ ਦੇਰ ਬਾਅਦ ਦਾ ਸਾਡਾ ਪ੍ਰੋਗਰਾਮ ਸ਼ੁਰੂ ਹੋਣ ਤੋਂ ਥੋੜ੍ਹਾ ਚਿਰ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ ਹੈ ਬਲਬੀਰ ਸਿੰਘ ਰਾਜੇਵਾਲ ਅਤੇ ਉਹਦੇ ਸਾਥੀਆਂ ਨੇ। ਇਹ 23 ਜਥੇਬੰਦੀਆਂ ਨੇ, ਉਹ 9 ਆ, ਇਹ 23 ਨੇ। ਜੀ। ਇਹਨਾਂ ਨੇ ਸਪਸ਼ਟ ਸ਼ਬਦਾਂ 'ਚ ਆਪਣੀ ਪ੍ਰੈਸ ਕਾਨਫਰੰਸ ਵਿੱਚ ਕਹਿ ਦਿੱਤਾ ਕਿ ਅਸੀਂ, ਕਿਉਂਕਿ ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ ਕਿ ਉਹਦੀ ਵਰਤੋਂ ਨਾ ਕਰਿਓ, ਅਸੀਂ ਉਹਦੀ ਵਰਤੋਂ ਬਿਲਕੁਲ ਨਹੀਂ ਕਰਦੇ। ਅਸੀਂ ਵੱਖਰੀ ਜਥੇਬੰਦੀ ਬਣਾ ਲਈ ਆ, ਉਹਦਾ ਨਾਂ ਰੱਖਤਾ ਸੰਯੁਕਤ ਸਮਾਜ ਮੋਰਚਾ। ਉਹਦਾ ਸੰਯੁਕਤ ਸਮਾਜ ਮੋਰਚਾ, ਉਹਦੇ ਵੱਲੋਂ ਅਸੀਂ ਚੋਣਾਂ ਲੜਾਂਗੇ। ਉਹ 9 ਜਥੇਬੰਦੀਆਂ, ਇਹ 23 ਜਥੇਬੰਦੀਆਂ, ਇਹ ਚੋਣ ਲੜਨਗੇ। ਇਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਸਾਡੇ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਬਲਬੀਰ ਸਿੰਘ ਰਾਜੇਵਾਲ। ਜੀ। ਬਲਬੀਰ ਸਿੰਘ ਰਾਜੇਵਾਲ ਦਾ ਕਿਰਦਾਰ, ਉਹਦਾ ਅਕਸ, ਉਹਦਾ ਸੰਘਰਸ਼, ਉਹਦਾ ਸਿਰੜ ਸਾਰਿਆਂ ਨੂੰ ਪਤਾ। ਉੱਥੇ ਗੱਲਬਾਤ ਦੀ ਅਗਵਾਈ ਵੀ ਇਹ ਕਰਦਾ ਰਿਹਾ ਸੀ, ਉਹ ਸਭ ਕੁਝ ਠੀਕ ਹੈ। ਉਦੋਂ ਅਗਲੀ ਗੱਲ ਇਹਨਾਂ ਨੇ ਇਹ ਆਖੀ ਹੈ ਕਿ ਅਸੀਂ ਰਵਾਇਤੀ ਸਿਆਸੀ ਪਾਰਟੀਆਂ ਤੋਂ ਵੱਖਰੇ ਰਹਿ ਕੇ ਲੜਾਂਗੇ ਅਤੇ ਸਾਰੀਆਂ ਪੰਜਾਬ ਦੀਆਂ 117 ਸੀਟਾਂ ਚੋਣ ਲੜ ਕੇ ਪੰਜਾਬ ਦੇ ਲੋਕਾਂ ਨੂੰ ਇੱਕ ਨਵੀਂ ਦਿਸ਼ਾ ਦੇਣ ਦਾ ਯਤਨ ਕਰਾਂਗੇ। ਨਵੀਂ ਪਾਰਟੀ ਲਾਂਚ ਹੋਈ ਹੈ, ਸਾਡੇ ਵੱਲੋਂ ਸ਼ੁਭਕਾਮਨਾਵਾਂ। ਕੋਈ ਹੋਰ ਵੀ ਪਾਰਟੀ ਆਵੇਗੀ, ਅਸੀਂ ਉਹਨੂੰ ਵੀ ਸ਼ੁਭਕਾਮਨਾਵਾਂ ਦੇ ਦਿਆਂਗੇ, ਸਾਨੂੰ ਕੋਈ ਗੱਲ ਨਹੀਂ। ਜੀ। ਟਿੱਲੇ ਦਾ ਫਕੀਰ ਹਰ ਇੱਕ ਨੂੰ ਸ਼ੁਭਕਾਮਨਾਵਾਂ ਦਿੰਦਾ, ਅਸੀਂ ਮੀਡੀਆ ਵਾਲੇ ਹਾਂ, ਅਸੀਂ ਇਹਦੇ 'ਚ ਕੰਜੂਸੀ ਨਹੀਂ ਕਰਾਂਗੇ। ਪਰ ਇੱਕ ਗੱਲ ਧਿਆਨ ਰੱਖੋ, ਉਹ ਇਹ ਕਿ ਇਹਦੇ ਵਿੱਚ ਕਿਤੇ ਇਹ ਨਾ ਹੋਵੇ ਕਿ ਇਸ ਖਹਿਬਾਜ਼ੀ ਦੇ ਵਿੱਚ ਜਿਹੜੀਆਂ ਮੁੱਖ ਤੌਰ 'ਤੇ ਧਿਰਾਂ ਸਿਆਸੀ ਹੁਣ ਤੱਕ ਪੰਜਾਬ ਨੂੰ ਬੇਵਕੂਫ ਬਣਾਉਂਦੀਆਂ ਰਹੀਆਂ ਨੇ, ਇਹ ਗੱਲ ਆਮ ਕਹੀ ਜਾਂਦੀ ਹੈ, ਤੁਹਾਡੀ ਇਹ ਲੜਾਈ ਦਾ ਉਹ ਫਾਇਦਾ ਲੈ ਜਾਣ। ਜੀ। ਮੈਂ ਇਹਨਾਂ ਦੇ ਇਸ ਸੰਯੁਕਤ ਕਿਸਾਨ ਸਮਾਜ ਮੋਰਚੇ ਦਾ ਕੋਈ ਵਿਰੋਧੀ ਨਹੀਂ।
मैं दूसरियां पार्टियां चों किसी बारे किसी किस्म का कोई सॉफ्ट कार्नर रख के गल नहीं करनी चाहता, पर प्राइम एशिया ने अज तो 5 दिन पहला एक सवाल अपने दर्शकों अगे रखा सी कि जे किसान आगूआं ने पार्टी बना के चोण लड़नी होवे ते उन्हां नूं पंजाब दीआं पार्टियां विचों किहड़ी पार्टी दे नाल जुड़ना चाहिए कि नहीं जुड़ना चाहिए जी। इत्थे कई चैनल इहो जिहा सर्वेखण कराउंदे आ, 100 बंदे भी नहीं हुंदे, 70 हुंदे आ, 70 दे विचों वो कहंदे जी 38 जणिਆਂ ने एक पासे राय दित्ती सी, 32 जणिਆਂ ने एक पासे राय दित्ती आ नतीजा। साडे इहो जी गल नहीं। प्राइम एशिया दे उस सर्वे दे विच इंटरनेट के उत्ते 60,000 तो वध लोकां ने राय क्लिक की। उन्हां चों 79% 79% ने आख्या कि इन्हां नूं आम आदमी पार्टी नाल रल के चोण लड़नी चाहिए है जी। 12% ने आख्या कि कांग्रेस नाल जुड़ जाण ते फायदा, 6% ने आख्या अकालियां नाल, फिर भी 3% इहो ਜਿਹੇ सूरमे निकल आए जिन्हां ने आख्या भाजपा नाल जुड़ जाण ते बड़ा वधिया रहू जी। ये आपो अपनी है। मैं ये नहीं कहता कि साडी राय मनण ते 79% वाले पासे नूं झुक के ते आम आदमी पार्टी नाल जुड़ जाण, फैसला इन्हां करना। इस ਵੇਲੇ लोकां विच जिहड़ी विचार चलदी पई है ਉਹਦਾ ध्यान रख के पैंतड़ा मल्लण, किहड़े पासे जाना किहड़े पासे नहीं जाना। ये हुण तक एक विलक्षण धिर है जिन्हां ने ਉਹ संघर्ष जितण च अगवाई की हुई है जिहदी सारे लोग आस ला बैठे सी। एक मौके ते मेरे वर्गे बंदे भी ये समझते सी कि मोर्चा हुण जित्तिया नहीं जाना, इन्हां जित विखाया, पर हुण जित्ते पै तो बाद अखीरले वक्त आके ते सारी बनी बनाई खेड विगाड़ ना लेंदे होण। एक पुरानी कहानी है कि जट नूं किसी ने कहा सी 24 घंटिਆਂ 'ਚ एक वारी आख्या सच हो जाता, कहता फिर तो गल ही बन गई। ਲੱਕੜ ਦਾ ਸੁਹਾਗਾ ਰੱਖ ਪਿਆ ਲੱਗ ਪਿਆ ਕਹਿਣ ਤੂੰ ਸੋਨੇ ਦਾ ਬਣ ਜਾ ਬਈ ਤੂੰ ਸੋਨੇ ਦਾ ਬਣ ਹੀ ਜਾ, ਹੁਣ ਤਾਂ ਤੂੰ ਸੋਨੇ ਦਾ ਬਣ ਹੀ ਜਾਣਾ, ਬਸ ਅੱਜ ਰਾਤ ਤੱਕ ਤੂੰ ਬਣ ਜਾਣਾ। ਉਹ 23.5 ਘੰਟੇ ਕਹਿੰਦਾ ਰਿਹਾ ਸੋਨੇ ਦਾ ਬਣ ਜਾ, ਅੱਕ ਕੇ ਕਹਿੰਦਾ ਉਹ ਗੋਆ ਹੀ ਬਣ ਜਾ, ਤੇ 24 ਘੰਟਿਆਂ 'ਚ ਇੱਕ ਵਾਰੀ ਆਖਿਆ ਸੱਚਾ ਹੋਣਾ ਸੀ, ਉਹ ਸੱਚਮੁੱਚ ਗੋਆ ਬਣ ਗਿਆ ਸੀ ਜੀ। ਹੁਣ ਕਿਤੇ ਇੱਦਾਂ ਦੀ ਗਲਤੀ ਨਾ ਕਰ ਲੈਣ, सोच के चलन संभल के चलन, मर्जी उन्होंने दी। बिल्कुल सही गल है पंनू साहब। लोग बहुत सारिया अपनी अपनी प्रतिक्रियावां दिंदे आ, पर देखते अगे तो अगे की हुंदा है। दूसरे पासे उत्तराखंड तो एक खबर है, स्कूल विच बच्चे जात पात का शिकार हो रहे हैं। अध्यापक पहला कहते सी बच्चों नूं खाना नहीं देना, बच्चे कहते अध्यापक नूं देना। कुछ उच्ची जाति नाल संबंध रखते हैं, कुछ नीवीं जाति नाल संबंध रखते हैं। पंनू साहब अज दे समाज विच भी इस तरह दी घटनावां की कहना चाहोगे? बच्चों का की कसूर है? जिहो जी कोको उहो जे बच्चे। जे घरां च इहो कुछ सिखाया जाता, जात पात की ऊच नीच सिखाई जाती है, तो बच्चे भी करते। उन्हां दे माँ बाप ने भी स्कूल च आके आख्या कि खाना बनाउण वाली तुसां दलित जाति चों रख लई है, इहदे हत्थ दा खाना साडे बच्चे क्यों खाण, नहीं खाणगे, कहता उन्होंने। इस देश दे विच तुसीं दलित नूं राष्ट्रपति भी बना दिओ ते सारे दलित जिहड़े आ उन्हां दा रुतबा ਉੱਚਾ थोड़ा चुक्या जांदा, उन्हां नूं ते ओह संताप फिर भी हंडाउणा पै जांदा। कौन पुछदा उन्हां? उन्हां दी हालत ते अजे भी उदां दी है। हुण तक उन्हां नूं जो कुछ नसीब नहीं होया ਉਹ है बराबरी। ये आख्या जांदा जी रिजर्वेशन देती, ये आख्या जांदा जी आह सहूलतां देतियां, पर जदों इहो ਜਿਹੇ मौके ते आख्या जांदा, ਜਦੋਂ ਕਦੇ ਕਦੇ ਇਹ ਖਬਰ ਆਉਂਦੀ ਹੈ ਕਿ ਫਲਾਨਾ ਦਲਿਤ ਜਾਤੀ ਦਾ ਮੰਤਰੀ ਫਲਾਣੇ ਮੰਦਰ 'ਚ ਗਿਆ ਸੀ, ਉਹਦੇ ਜਾ ਕੇ ਆਉਣ ਤੋਂ ਬਾਅਦ ਦੁੱਧ ਦੀਆਂ ਗਾਗਰਾਂ ਨਾਲ ਮੂਰਤੀਆਂ ਦਾ ਇਸ਼ਨਾਨ ਕਰਾਇਆ ਗਿਆ ਤੇ ਗੰਗਾ ਜਲ ਨਾਲ ਉਸ ਮੰਦਰ ਦੀ ਸ਼ੁੱਧੀ ਕੀਤੀ ਗਈ, ਸ਼ੁੱਧੀਕਰਨ ਕੀਤਾ ਗਿਆ ਜੀ। ਉਸ ਗੰਗਾ ਜਲ ਨਾਲ ਸ਼ੁੱਧੀਕਰਨ ਕੀਤਾ ਜਾਂਦਾ ਜਿਹਦੇ ਬਾਰੇ ਆਪ ਮੰਨਦੇ ਆ ਕਿ ਪੋਲਿਊਟਡ ਆ, ਪ੍ਰਦੂਸ਼ਣ ਬਹੁਤ ਹੈ। 40 ਸਾਲਾਂ ਤੋਂ ਗਾਉਂਦੇ ਆ ਰਹੇ ਰਾਮ ਤੇਰੀ ਗੰਗਾ ਮੈਲੀ ਹੋ ਗਈ। ਇੱਕ ਬੰਦਾ ਚੱਲ ਜਾਵੇ ਤੇ ਉਹਦੇ ਨਾਲ ਮੰਦਰ ਭ੍ਰਿਸ਼ਟ ਹੋ ਜਾਂਦਾ,
ਤੇ ਗੰਗਾ ਜਲ ਜਿੰਨਾ ਮਰਜ਼ੀ ਪ੍ਰਦੂਸ਼ਣ ਉਹਦੇ 'ਚ ਹੋਵੇ, ਸ਼ਹਿਰਾਂ ਦਾ ਸੀਵਰ ਵੀ ਪੈ ਰਿਹਾ ਹੋਵੇ, ਲਾਸ਼ਾਂ ਵੀ ਸਿੱਧੀਆਂ ਵਿੱਚ ਰੁੜੀਆਂ ਜਾ ਰਹੀਆਂ ਹੋਣ, ਉਹ ਲਿਆ ਕੇ ਤੇ ਉਹਦੇ ਨਾਲ ਉਹਦਾ ਸ਼ੁੱਧੀਕਰਨ ਕੀਤਾ ਜਾ ਰਿਹਾ। ਸਾਨੂੰ ਇਹ ਸਮਝ ਹੀ ਨਹੀਂ ਲੱਗਦੀ ਕਿ ਇਹਦੇ ਬਾਰੇ 'ਚ ਦੋ ਸਥਿਤੀਆਂ ਨੇ। हम उस देश के वासी हैं जिस देश में गंगा बहती है, पर हम उस देश के वासी हैं जिस देश में गंगा रहता है। जी, गंगा बहती है, गंगा रहता है। जिहड़ी गंगा बहती है ਉਹਦਾ ਧਿਆਨ ਤੇ ਸਾਰਿਆਂ ਨੂੰ ਆ। ਜਿਹੜਾ ਗੰਗਾ ਰਾਮ ਕੋਈ ਸਧਾਰਨ ਵਿਚਾਰਾ ਦਲਿਤ ਦੇ ਘਰ ਜੰਮ ਪਿਆ, ਉਹਨੂੰ ਮੁੜ ਕੇ ਉਹੋ ਹੀ ਸੰਤਾਪ ਹੰਡਾਉਣਾ ਪਵੇ ਜਿਹੜਾ ਸਦੀਆਂ ਤੋਂ ਉਹਦੇ ਵੱਡੇ ਵਡੇਰੇ ਹੰਡਾਉਂਦੇ ਆਏ ਸੀ। ਇਹ ਸਮਾਜ ਕਿੱਦਾਂ ਅੱਗੇ ਵੱਧ ਸਕਦਾ? ਇਹ ਜਿਹੜੀਆਂ ਸੋਚਾਂ ਨੇ ਸਾਡੇ ਸਮਾਜ ਦੇ ਪੈਰਾਂ ਦਾ ਪੱਥਰ ਨੇ, ਛੱਡਣੀਆਂ ਪੈਣਗੀਆਂ, ਨਹੀਂ ਤੇ ਸਮਾਜ ਅੱਗੇ ਨਹੀਂ ਵੱਧ ਸਕਦਾ। ਜੀ ਪਰ ਸਾਹਿਬ, ਗੱਲ ਬਿਲਕੁਲ ਸਹੀ ਹੈ। ਦੂਸਰੇ ਪਾਸੇ ਅੱਜ ਤੁਹਾਡੀ ਸਿਹਤ ਬਿਲਕੁਲ ਠੀਕ ਨਹੀਂ ਸੀ, ਇਸ ਦੇ ਬਾਵਜੂਦ ਵੀ ਪੂਰਾ ਪ੍ਰੋਗਰਾਮ ਕੀਤਾ। ਮੈਂ ਦੋਹਰਾ ਧੰਨਵਾਦ ਕਰਦਾ ਤੁਹਾਡਾ, ਬਹੁਤ ਬਹੁਤ ਧੰਨਵਾਦ। ਸੋ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਹੁਣ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।